ਸਤਿ ਸ਼੍ਰੀ ਅਕਾਲ ਸਟੂਡੈਂਟਸ, ਮਾਈਸੈਲਫ ਸੰਕਲਪ ਗੁਪਤਾ। ਜਿਵੇਂ ਕਿ ਤੁਹਾਨੂੰ ਪਤਾ ਹੈ, ਕੱਲ ਦਾ ਪਹਿਲਾ ਲੈਕਚਰ ਸਾਡਾ ਕੰਪਲੀਟ ਹੋ ਚੁੱਕਿਆ ਹੈ, ਜਿਸ ਦੇ ਵਿੱਚ ਅਸੀਂ ਫੀਚਰਸ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਸਟਾਰਟ ਕੀਤੇ ਸੀਗੇ। ਅੱਜ ਅਸੀਂ ਇੱਕ ਨੈਕਸਟ ਫੀਚਰ ਕਰਨ ਜਾ ਰਹੇ ਹਾਂ, ਜਿਹਦਾ ਨਾਮ ਹੈ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ, ਜਿਹਨੂੰ ਕਿ ਅਸੀਂ ਸੰਵਿਧਾਨ ਦਾ ਸਿਸਟਮ, ਕਿਵੇਂ ਸੰਵਿਧਾਨ ਸਾਡਾ ਚੱਲਦਾ ਹੈ, ਉਸ ਬਾਰੇ ਅਸੀਂ ਜਾਣਕਾਰੀ ਰੱਖਾਂਗੇ। ਤੁਹਾਡੇ ਸਾਹਮਣੇ ਜਿਹੜੀ ਪਿਕਚਰ ਦਿਖਾਈ ਜਾ ਰਹੀ ਹੈ ਸਟੂਡੈਂਟ, ਇਹ ਸਾਡਾ ਪਾਰਲੀਮੈਂਟ ਹੈ, ਜਿੱਥੇ ਦੋ ਸਾਡੇ ਹਾਊਸਿਸ ਬੈਠਦੇ ਨੇ, ਇੱਕ ਲੋਕ ਸਭਾ ਤੇ ਰਾਜ ਸਭਾ। ਲੋਕ ਸਭਾ ਹਾਊਸ ਆਫ ਕਾਮਨਸ ਔਰ ਹਾਊਸ ਆਫ ਪੀਪਲ ਤੇ ਰਾਜ ਸਭਾ ਕਾਉਂਸਲ ਆਫ ਸਟੇਟਸ। ਇਹ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਸਟੂਡੈਂਟਸ। ਬਾਕੀ ਜਦੋਂ ਯੂਨੀਅਨ ਲੈਜਿਸਲੇਚਰ ਅਸੀਂ ਕਰਾਂਗੇ, ਜਿੱਥੇ ਸਾਡੇ ਰੂਲਸ ਬਣਦੇ ਨੇ, ਲਾਜ਼ ਬਣਦੇ ਨੇ, ਉਹ ਅਸੀਂ ਨੈਕਸਟ ਸੈਸ਼ਨ 'ਚ ਕਰਾਂਗੇ। ਬਟ ਸਾਨੂੰ ਇਸ ਟਾਈਮ ਪਤਾ ਹੋਣਾ ਚਾਹੀਦਾ ਕਿ ਸਾਡਾ ਜਿਹੜਾ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ, ਕਿ ਸਾਡਾ ਜਿਹੜੀ ਫੰਕਸ਼ਨਿੰਗ ਹੈ, ਕਾਰਜਕਾਲ ਹੈ ਸਾਡੇ ਗਵਰਨਮੈਂਟ ਦਾ, ਉਹ ਕਿਵੇਂ ਚੱਲਦਾ ਹੈ। ਸੋ ਹੋਪ ਸੋ ਤੁਸੀਂ ਇੰਜੋਏ ਕਰੋ ਲੈਕਚਰ। ਐਂਡ ਨਾਓ ਵੀ ਆਰ ਗੋਇੰਗ ਟੂ ਸਟਾਰਟ। ਓਕੇ, so students, fourth feature, parliamentary form of government. On the pattern of British parliamentary system of government, the Indian constitution has adopted the parliamentary form of government. So ਜਿਵੇਂ ਕਿ ਤੁਹਾਨੂੰ ਪਤਾ ਹੈ, ਅਸੀਂ ਥਰਡ ਫੀਚਰ ਦੇ ਵਿੱਚ ਪੜ੍ਹਿਆ ਸੀਗਾ ਕਿ ਜਿਹੜਾ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਹੈ ਜਾਂ ਕੈਬਨਿਟ ਫਾਰਮ ਆਫ ਗਵਰਨਮੈਂਟ ਹੈ, ਅਸੀਂ ਕਿੱਥੋਂ ਲਈ ਸੀਗੀ? ਅਸੀਂ ਲਈ ਸੀਗੀ ਬ੍ਰਿਟੇਨ ਤੋਂ। ਸਿਮਿਲਰਲੀ ਇਸ 'ਚ ਫੇਰ ਇਹ ਪੁਆਇੰਟ ਰਿਪੀਟ ਹੋ ਗਿਆ। ਸੋ ਪਾਰਲੀਮੈਂਟਰੀ ਦੇ ਸਾਡੇ 6 ਫੀਚਰਸ ਹੁੰਦੇ ਨੇ ਸਟੂਡੈਂਟਸ, ਜੋ ਕਿ ਤੁਸੀਂ ਯਾਦ ਕਰਨੇ ਹੈ। ਕਈ ਵਾਰੀ ਪੇਪਰ 'ਚ ਡਾਇਰੈਕਟ ਆ ਜਾਂਦਾ ਹੈ ਕਿ ਇਹ 6 ਫੀਚਰਸ ਦੇ ਵਿੱਚੋਂ ਕੋਈ ਇੱਕ ਫੀਚਰਸ ਪਾ ਦੇਣਗੇ, ਜਿਵੇਂ ਕਿ ਐਗਜ਼ੈਕਟਿਵ ਆਰ ਦ ਮੈਂਬਰਸ ਆਫ ਦ ਲੈਜਿਸਲੇਚਰ। ਸਟੂਡੈਂਟਸ, ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਸੁਣਨ ਵਾਲੀ ਜਾਂ ਸਮਝਣ ਵਾਲੀ। ਜਿਵੇਂ ਕਿ ਤੁਹਾਨੂੰ ਪਤਾ ਹੈ, ਲੈਜਿਸਲੇਚਰ ਮੀਨ ਜਿੱਥੇ ਸਾਡੇ ਸੰਸਦ 'ਚ ਲਾਜ਼ ਬਣਦੇ ਨੇ, ਸਾਰੇ ਜਿੰਨੇ ਰੂਲਸ ਬਿਲਸ ਜਿੰਨੇ ਵੀ ਹੈਗੇ ਸਾਡੇ ਪਾਸ ਹੁੰਦੇ ਨੇ, ਠੀਕ ਹੈ। ਹੁਣ ਉਸ ਸੰਸਦ ਦੇ ਵਿੱਚ ਜਿਹੜੇ ਵੀ ਸਾਡੇ ਲੈਜਿਸਲੇਚਰ ਦੇ ਮੈਂਬਰਸ ਹੈਗੇ ਨੇ, ਉਹਨਾਂ ਵਿੱਚੋਂ ਹੀ ਸਾਡੇ ਮੰਤਰੀ ਪਰਿਸ਼ਦ 'ਚ ਮੈਂਬਰਸ ਬਣਦੇ, ਜਿਹਨੂੰ ਕਹਿੰਦੇ ਆ ਮਿਨਿਸਟਰਸ। ਜਿੱਦਾਂ ਵੱਖਰੇ ਵੱਖਰੇ ਪੋਰਟਫੋਲੀਓ ਮਿਲਦੇ ਨੇ, ਵੱਖਰੇ ਵੱਖਰੇ ਡਿਪਾਰਟਮੈਂਟ ਮਿਲਦੇ ਨੇ, ਇਹ ਸਾਰੇ ਜਿਹੜੇ ਸਾਡੇ ਮਿਨਿਸਟਰਸ ਹੁੰਦੇ ਨੇ, ਕਾਉਂਸਲ ਆਫ ਮਿਨਿਸਟਰਸ ਜਿਹਦਾ ਪਾਰਟ ਹੁੰਦੇ ਨੇ, ਜੇ ਕੈਬਨਿਟ ਸਭ ਤੋਂ ਉਤਲਾ ਪੋਰਸ਼ਨ ਹੁੰਦਾ ਹੈ, ਇਹ ਸਾਰੇ ਸਾਡੇ ਇੱਕ ਲੈਜਿਸਲੇਚਰ 'ਚੋਂ ਹੀ ਨਿਕਲਦੇ ਨੇ। ਕੋਈ ਇਹ ਵੱਖਰਾ ਪੋਰਸ਼ਨ ਨਹੀਂ ਹੈ। ਆਲਦੋ ਦੋਵਾਂ ਦੀ ਫੰਕਸ਼ਨਿੰਗ ਡਿਫਰੈਂਟ ਹੈ, ਠੀਕ ਹੈ, ਬਟ ਲੇਕਿਨ ਇਹ ਜਿਹੜੇ ਦੋਨੋਂ ਪਾਰਟਸ ਹੈਗੇ ਨੇ, ਇਹ ਇੱਕੋ ਜਗ੍ਹਾ ਤੋਂ ਨੇ। ਲੈਜਿਸਲੇਚਰ ਦੇ ਮੈਂਬਰ 'ਚੋਂ ਹੀ, ਜਿਹਨੂੰ ਅਸੀਂ ਕਹਿੰਦੇ ਮੈਂਬਰ ਆਫ ਪਾਰਲੀਮੈਂਟ, MPs, ਲੋਕ ਸਭਾ ਦੇ ਤੇ ਰਾਜ ਸਭਾ ਦੇ, ਇਹਨਾਂ ਵਿੱਚੋਂ ਹੀ ਅਸੀਂ ਮੰਤਰੀਆਂ ਨੂੰ ਕੱਢਦੇ ਹਾਂ। ਤੇ ਜਿਸ ਕੰਟਰੀ ਦੇ ਵਿੱਚ ਐਗਜ਼ੈਕਟਿਵ ਮੀਨਸ ਜਿਹੜੇ ਲਾਜ਼ ਨੂੰ ਅਪਲਾਈ ਕਰਦੇ ਨੇ, ਜਿਹੜੇ ਲਾਜ਼ ਨੂੰ ਲਾਗੂ ਕਰਦੇ ਨੇ, ਉਹ ਸਾਡੇ ਲਾਜ਼ ਬਣਾਉਣ ਵਾਲੇ ਹਾਊਸ 'ਚੋਂ ਨਿਕਲਦੇ ਨੇ, ਉਹਨੂੰ ਅਸੀਂ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਦਾ ਪਾਰਟ ਕਹਿੰਦੇ ਹਾਂ। ਦੂਸਰਾ ਪੁਆਇੰਟ ਹੈ ਸਟੂਡੈਂਟਸ, ਕਲੈਕਟਿਵ ਰਿਸਪੌਂਸਿਬਿਲਿਟੀ ਆਫ ਦਾ ਕਾਉਂਸਲ ਆਫ ਮਿਨਿਸਟਰਸ। ਇਹ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਮੈਨੂੰ ਪਤਾ ਹੈ ਫਸਟ ਟਾਈਮ ਕਈਆਂ ਨੂੰ ਇਹ ਚੀਜ਼ ਦੇਖਣ ਨੂੰ ਮਿਲੇਗੀ, ਲੇਕਿਨ ਤੁਹਾਨੂੰ ਮੈਂ ਬਹੁਤ ਈਜ਼ੀ ਤਰੀਕੇ ਨਾਲ ਸਮਝਾਵਾਂਗਾ। ਸਟੂਡੈਂਟਸ, ਕਲੈਕਟਿਵ ਰਿਸਪੌਂਸਿਬਿਲਿਟੀ ਕੀ ਹੁੰਦੀ ਹੈ? ਕਿ ਜਿਸ ਵਿੱਚ ਸਾਰੇ ਜਿਹੜੇ ਮਿਨਿਸਟਰਸ ਹੁੰਦੇ ਆ, ਉਹ ਰਿਸਪੌਂਸੀਬਲ ਹੁੰਦੇ ਆ ਟੂ ਦਾ ਲੋਕ ਸਭਾ। ਆਲ ਦਾ ਮੈਂਬਰਸ, ਸਾਰੇ ਮੈਂਬਰਸ ਕਿਹਨੂੰ ਰਿਸਪੌਂਸੀਬਲ ਨੇ? ਪਾਰਲੀਮੈਂਟ ਦੇ, ਲੋਕ ਸਭਾ ਦੇ। ਓਕੇ, ਮੀਨਸ ਕਿ ਜੇ ਸਪੋਜ਼ ਕਰੋ ਕੋਈ ਕੌਨਫੀਡੈਂਸ ਹੈ, ਸਰਕਾਰ 'ਚ ਕਹਿੰਦੇ ਨੇ ਕੌਨਫੀਡੈਂਸ ਖੋਲਿਆ, ਆਪਣੀ ਮੈਜੋਰਿਟੀ ਪ੍ਰੂਵ ਕਰੋ, ਫਲੋਰ ਟੈਸਟ ਕਰਾਓ। ਇਹਦਾ ਮਤਲਬ ਕੀ ਹੈ? ਕਿ ਜੇ ਕੋਈ ਮਿਨਿਸਟਰ ਆ, ਕੋਈ ਮੰਤਰੀ ਹੈ, ਜੇ ਉਹ ਕੋਈ ਕੰਮ ਨਹੀਂ ਸਹੀ ਕਰ ਸਕਦਾ ਜਾਂ ਕੋਈ ਲਾਜ਼ ਦੇ ਅਗੇਂਸਟ ਜਾ ਚੁੱਕਿਆ ਹੈ, ਤੇ ਉਸ ਨੂੰ ਪਾਰਲੀਮੈਂਟ ਬਾਹਰ ਕੱਢ ਸਕਦੀ ਹੈ। ਕਿਹਨੂੰ? ਪੂਰੀ ਸਰਕਾਰ ਨੂੰ ਨੋ ਕੌਨਫੀਡੈਂਸ ਮੋਸ਼ਨ ਪਾਸ ਕਰਕੇ, ਕਿ ਸਾਨੂੰ ਇਸ ਸਰਕਾਰ 'ਚ ਕੌਨਫੀਡੈਂਸ ਨਹੀਂ ਹੈ, ਤੇ ਜੇ ਇਹ ਕੰਮ ਸਹੀ ਤਰੀਕੇ ਨਾਲ ਨਹੀਂ ਕਰੇਗੀ ਤੇ ਇੱਕ ਰੈਜ਼ੋਲੂਸ਼ਨ ਪਾਸ ਹੋ ਜਾਂਦਾ ਹੈ, ਜਿਹਦੇ ਨਾਲ ਇਹ ਸਾਰੀ ਜਿਹੜੀ ਸਰਕਾਰ ਹੈ ਡਿੱਗ ਜਾਂਦੀ ਹੈ। ਇਹ ਵੀ ਕਿਹਦਾ ਫਾਰਮ ਹੈ? ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਤੀਸਰਾ ਰੂਲ ਆਫ ਦਾ ਮੈਜੋਰਿਟੀ ਰੂਲ। ਤੁਹਾਨੂੰ ਪਤਾ ਹੈ ਸਟੂਡੈਂਟਸ ਕਿ ਸਾਡਾ ਇਲੈਕਟੋਰਲ ਸਿਸਟਮ ਕਿੱਦਾਂ ਦਾ? ਇਲੈਕਸ਼ਨਾਂ ਤੋਂ ਬਾਅਦ ਦੋ ਤਰ੍ਹਾਂ ਦੇ ਸਿਸਟਮ ਹੁੰਦੇ ਆ। ਇੱਕ ਹੁੰਦਾ ਫਸਟ ਪਾਸ ਦਾ ਪੋਸਟ ਸਿਸਟਮ, ਇੱਕ ਹੁੰਦਾ ਪ੍ਰਪੋਰਸ਼ਨਲ ਰਿਪਰੈਜ਼ੈਂਟੇਸ਼ਨ ਸਿਸਟਮ। ਸਾਡੇ ਇੰਡੀਆ ਦੇ ਵਿੱਚ ਜਿਹੜੇ ਸਾਡੇ ਮੈਂਬਰ ਆਫ ਪਾਰਲੀਮੈਂਟ ਦੇ ਇਲੈਕਸ਼ਨਸ ਹੁੰਦੇ ਨੇ, ਜਾਂ ਸਾਡੇ ਲੈਜਿਸਲੇਟਿਵ ਅਸੈਂਬਲੀਜ਼, ਠੀਕ ਹੈ, ਵਿਧਾਨ ਸਭਾ ਦੇ ਇਲੈਕਸ਼ਨਸ ਹੁੰਦੇ ਨੇ, ਇਹ ਸਾਰੇ ਜਿਹੜੇ ਇਲੈਕਸ਼ਨਸ ਹੈ ਕਿੱਦਾਂ ਹੁੰਦੇ ਆ? ਫਸਟ ਪਾਸ ਦਾ ਪੋਸਟ। ਫਸਟ ਪਾਸ ਦਾ ਪੋਸਟ ਦਾ ਮਤਲਬ ਕੀ ਹੁੰਦਾ ਸਟੂਡੈਂਟਸ? ਮੈਂ ਤੁਹਾਨੂੰ ਥੋੜਾ ਈਜ਼ੀ ਤਰੀਕੇ ਨਾਲ ਸਮਝਾਵਾਂਗਾ, ਧਿਆਨ ਨਾਲ ਸਮਝਿਓ। ਫਸਟ ਪਾਸ ਦਾ ਪੋਸਟ, ਦੈਟ ਮੀਨਸ ਕਿ ਜੋ ਵੀ ਸਪੋਜ਼ ਕਰੋ ਇੱਕ ਮਾਰਕ ਹੈ ਵੋਟਸ ਦਾ, ਜੇ ਕੋਈ ਵੀ ਮੰਤਰੀ ਜਾਂ ਕੋਈ ਵੀ ਪਾਰਟੀ ਦਾ ਬੰਦਾ ਸਟੂਡੈਂਟਸ ਇਸ ਮਾਰਕ ਨੂੰ ਪਹਿਲਾਂ ਪਾਰ ਕਰ ਲੇਗਾ, ਮੀਨਸ ਇਹ ਪੋਸਟ ਹੈ, ਤੇ ਇਹ ਪੋਸਟ ਨੂੰ ਇੱਕ X ਬੰਦਾ ਹੈ ਉਹ ਪਾਰ ਕਰ ਗਿਆ, ਠੀਕ ਹੈ, ਤੇ ਇੱਕ Y ਬੰਦਾ ਹੈ ਉਹ ਪਾਰ ਨਹੀਂ ਕਰ ਪਾਇਆ।
ਐਕਸ ਬੰਦਾ ਪਹਿਲੇ ਪਾਰ ਕਰ ਗਿਆ, ਦੈਟ ਮੀਨਸ ਪੋਸਟ ਨੂੰ ਪਾਰ ਕਰ ਗਿਆ ਤੇ ਇਸ ਦੀ ਕੀ ਆ ਜਾਏਗੀ, ਸਰਕਾਰ ਆ ਜਾਏਗੀ। ਸੋ ਜਿਸ ਬੰਦੇ ਦੀ ਸਰਕਾਰ ਆ ਜਾਂਦੀ ਹੈ, ਮੈਜੋਰਿਟੀ ਪਾਰਟੀ ਮੀਨਸ ਜੋ ਬੰਦਾ ਮੈਜੋਰਿਟੀ ਪਹਿਲਾਂ ਪ੍ਰੂਵ ਕਰ ਜਾਂਦਾ ਹੈ, ਉਸ ਦੀ ਕੀ ਬਣ ਜਾਂਦੀ ਹੈ, ਸਾਡੀ ਸਰਕਾਰ। ਇਹਨੂੰ ਕਹਿੰਦੇ ਆ ਰੂਲ ਆਫ ਮੈਜੋਰਿਟੀ ਰੂਲ। ਓਕੇ, ਰੂਲ ਉਹਦਾ ਹੀ ਹੋਏਗਾ ਜਿਹਦੀ ਕੀ ਹੋਏਗੀ, ਮੈਜੋਰਿਟੀ। ਇਹਦੇ 'ਚ ਕਈ ਫਲॉज ਨੇ ਬਟ ਉਹ ਫਲॉज ਅਸੀਂ ਇੱਥੇ ਡਿਸਕਸ ਨਹੀਂ ਕਰਾਂਗੇ, ਆਉਣ ਵਾਲੇ ਲੈਕਚਰਸ 'ਚ ਕਰਾਂਗੇ, ਬਿਕੋਜ਼ ਹਜੇ ਜਸਟ ਅਸੀਂ ਫੀਚਰਸ ਸਮਝਨੇ ਆ। ਤੁਹਾਨੂੰ ਵਿੱਚ ਕਈ ਫੀਚਰਸ ਨੂੰ ਕ੍ਰੈਮ ਵੀ ਕਰਨਾ ਪਏਗਾ ਪੇਪਰ ਪਰਸਪੈਕਟਿਵ ਲਈ, ਬਿਕੋਜ਼ ਤੁਹਾਡੇ ਸਿਲੇਬਸ 'ਚ ਡਾਇਰੈਕਟ ਚੀਜ਼ਾਂ ਪੁੱਛਣੀਆਂ ਨੇ। ਫਿਰ ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਔਰ ਦ ਚੀਫ ਮਿਨਿਸਟਰਸ ਲੀਡਰਸ਼ਿਪ ਇਨ ਦ ਸਟੇਟ। ਸਟੂਡੈਂਟਸ, ਤੁਹਾਨੂੰ ਪਤਾ ਹੈ ਕਿ ਜਿਹੜਾ ਪ੍ਰਾਈਮ ਮਿਨਿਸਟਰ ਦੀ ਲੀਡਰਸ਼ਿਪ ਹੈ ਸਟੇਟ ਦੇ ਵਿੱਚ, ਉਹ ਕਿੰਨੀ ਰਿਸਪੌਂਸੀਬਲ ਹੈ, ਕਿੰਨੀ ਨਹੀਂ ਹੈ, ਉਸ ਦੇ ਬਾਰੇ ਸਾਰਾ ਦੱਸਿਆ ਜਾਂਦਾ ਹੈ। ਲੋਅਰ ਹਾਊਸ ਡਿਸੋਲਿਊਸ਼ਨ, 5th ਪੁਆਇੰਟ। ਲੋਅਰ ਹਾਊਸ ਡਿਸੋਲਿਊਸ਼ਨ ਦਾ ਮਤਲਬ ਹੁੰਦਾ ਸਟੂਡੈਂਟਸ ਕਿ ਸਪੋਜ਼ ਕਰੋ ਜਿਹੜਾ ਲੋਕ ਸਭਾ ਹੈ, ਲੋਅਰ ਹਾਊਸ ਨੂੰ ਕੀ ਕਹਿੰਦੇ ਅਸੀਂ, ਲੋਕ ਸਭਾ ਐਂਡ ਦ ਸਟੇਟ ਅਸੈਂਬਲੀਜ਼। ਜਿਹੜੀ ਲੋਕ ਸਭਾ ਦੀ ਡਿਸੋਲਿਊਸ਼ਨ ਹੈ ਉਹ ਕਦੀ ਵੀ ਪ੍ਰੈਜ਼ੀਡੈਂਟ ਕਰਵਾ ਸਕਦਾ ਹੈ। ਕਈ ਵਾਰੀ ਇਹ ਪੇਪਰ 'ਚ ਕੁਐਸਚਨ ਆ ਜਾਂਦਾ ਹੈ ਕਿ ਜਿਹੜੀ ਸਾਡੀ ਲੋਕ ਸਭਾ ਹੈ, ਲੋਕ ਸਭਾ ਇਹਨੂੰ ਕੌਣ ਡਿਸੋਲਵ ਕਰਦਾ ਹੈ, ਡਿਸੋਲਿਊਸ਼ਨ ਨੂੰ ਕੀ ਕਹਿੰਦੇ ਆ ਸਟੂਡੈਂਟਸ, ਡਿਸੋਲਵ ਕੌਣ ਕਰਦਾ ਹੈ, ਪ੍ਰੈਜ਼ੀਡੈਂਟ। डिजोल्व मीन्स खत्म कर देना, किसी चीज़ ਨੂੰ ਹੀ डिजोल्व ਕਰਦੇ ਹੋ, ਖਤਮ ਕਰ ਦੇਣਾ। ਖਤਮ ਕੌਣ ਕਰ ਸਕਦਾ, ਸਾਡੀ ਲੋਕ ਸਭਾ ਨੂੰ ਪ੍ਰੈਜ਼ੀਡੈਂਟ ਕਰ ਸਕਦਾ ਹੈ। ਬਟ ਇਹ ਤੁਸੀਂ ਯਾਦ ਰੱਖਣਾ ਹੈ ਕਿ ਪ੍ਰੈਜ਼ੀਡੈਂਟ ਆਪਣੀ ਹੀ ਵਿਸ਼ ਤੇ ਨਹੀਂ ਲੋਕ ਸਭਾ ਨੂੰ ਡਿਸੋਲਵ ਕਰ ਸਕਦਾ। ਪ੍ਰਾਈਮ ਮਿਨਿਸਟਰ ਉਸ ਨੂੰ ਐਡਵਾਈਸ ਕਰਦਾ ਹੈ ਜਾਂ ਜਦੋਂ ਉਹ ਸਰਕਾਰ ਦੀ ਮੈਜੋਰਿਟੀ ਲੂਜ਼ ਹੋ ਜਾਂਦੀ ਹੈ। ਉਸ ਤੋਂ ਬਾਅਦ ਗਵਰਨਮੈਂਟ ਫਾਰਮ ਆਫ ਕੈਬਨਿਟ। ਸੋ ਇੱਕ ਕੈਬਨਿਟ ਫਾਰਮ ਆਫ ਗਵਰਨਮੈਂਟ ਹੁੰਦੀ ਹੈ, ਸੌਰੀ ਸਟੂਡੈਂਟਸ ਇੱਥੇ ਟਾਈਪਿੰਗ ਮਿਸਟੇਕ ਹੈ, एक गवर्नमेंट फॉर्म ऑफ कैबिनेट नहीं है, इन्हों चेंज करके लिख लो कैबिनेट फॉर्म ऑफ गवर्नमेंट। प्लीज़ तुसी इन्हों रिपीट मैं कर रहे हैं, कैबिनेट फॉर्म ऑफ गवर्नमेंट। स्टूडेंट्स जिहड़ा 6th पॉइंट है उसका नाम है कैबिनेट फॉर्म ऑफ गवर्नमेंट। दैट मीनस कि साडा जिहड़ा इत्थे गवर्नमेंट चलती है मोस्टली एक कैबिनेट हुंदी है। कैबिनेट की हुंदा साडा, जिहड़े टॉप ते 15 या 16 मंत्री हुंदे ने ਜਿਹੜੇ ਕਿ ਸਾਰੇ ਡਿਸੀਜਨਸ ਇੰਪੋਰਟੈਂਟ ਡਿਸੀਜਨਸ ਲੈਂਦੇ ਨੇ, ਜਿਨ੍ਹਾਂ ਵਿੱਚ ਜਿਵੇਂ ਡਿਫੈਂਸ ਮਿਨਿਸਟਰ ਆ ਗਿਆ, ਜਿਹੜੀ ਸਾਡੀ ਦੇਸ਼ ਦੀਆਂ ਸੁਰੱਖਿਆ ਜਿਹੜੀਆਂ ਹੈਗੀਆਂ ਨੇ ਏਜੰਸੀਜ਼ ਉਹ ਆ ਗਈਆਂ, ਫਿਰ ਫਾਈਨੈਂਸ ਮਿਨਿਸਟਰੀ ਆ ਗਈ, ਹੈਲਥ ਮਿਨਿਸਟਰੀ ਆ ਗਈ। ਇਸ ਲੈਵਲ ਦੇ ਟੌਪ ਪੋਰਟਫੋਲੀਓਜ਼ ਇਹਦੇ ਵਿੱਚ ਬੈਠਦੇ ਨੇ। ਕਿਹਦੇ ਨਾਲ, ਤੇ ਹੈੱਡ ਕੌਣ ਹੁੰਦਾ ਇਹਨਾਂ ਦਾ, ਪ੍ਰਾਈਮ ਮਿਨਿਸਟਰ। ਸੋ ਸਟੂਡੈਂਟਸ ਇਹ ਬਹੁਤ ਇੰਪੋਰਟੈਂਟ ਹੈ। ਇਹ ਸਾਰੀ ਸਾਡੀ ਜਿਹੜੀ ਗਵਰਨਮੈਂਟ ਬੇਸਿਕਲੀ ਰਨ ਹੁੰਦੀ ਹੈ, ਲਾਜ਼ ਐਂਡ ਲੈਜਿਸਲੇਸ਼ਨਸ ਨੇ। अब बेसिकली देखा जाए असल दे विच कौन बनाता है, कैबिनेट बनाती है। सो साडे भारत विच की है, कैबिनेट फॉर्म ऑफ गवर्नमेंट। सो तुहानूं 6 पॉइंट अच्छी तरीके नाल याद होने चाहिए ने, बिकॉज कोई भी इहदे विचों डायरैक्ट क्वेश्चन आ सकता है तो फीचर्स तुहाडे सिलेबस च दिते हुए ने। सो प्लीज़ बी प्रिपेयर्ड फॉर दिस क्वेश्चन। अगे असीं हुण वधदे हां स्टूडेंट्स। ओके, पंजवा पॉइंट है स्टूडेंट्स साडा कि साडी जिहड़ी पार्लीमेंट है इहदे विच किहदा बैलेंस है, एक पार्लीमेंट की सॉवरनिटी का ते जुडिशियल सुपरीमेसी का। इहदा मैं तुहानूं सिंपल एक मीनिंग दसदा स्टूडेंट, तुसीं कन्फ्यूज़ नहीं होना। इहदा मतलब है कि साडे भारत च पार्लीमेंट, संसद जिन्हों कहने असीं, संसद नूं पार्लीमेंट नूं संसद कहने असीं पंजाबी च। कई स्टूडेंट्स नूं प्रॉब्लम आती है, इसलिए तुहानूं मैं इस चीज़ नूं अच्छे तरीके नाल एक्सप्लेन कर रहा। पार्लीमेंट नूं असीं संसद कहने हैं। तो सॉवरनिटी नूं मैं तुहानूं कई स्टूडेंट्स नूं प्रॉब्लम आएगी सॉवरनिटी दे विच, वो भी तुहानूं मैं दस देना। सॉवरन मीनस कि अपने आज़ादी नाल फैसले लैने, इंडिपेंडेंट डिसीजनस। जस्ट वेट, इंडिपेंडेंट डिसीजंस। इंडिपेंडेंट डिसीजंस लैने, अपने मुताबिक डिसीजंस लैने। जे सपोज करो लाइक कोई भी तुसी काम करना चाहते हो, तुसी अपनी इंडिपेंडेंस ना करना चाहते हो, तुहाडे कोई दखल नहीं दे सकता, उन्होंने कहते सॉवरनिटी। तो इत्थे पार्लीमेंट की है, सॉवरनिटी है। जिवें कि तुहानूं मैं स्टूडेंट्स दसदा, कोई भी लॉ नूं पार्लीमेंट रल के रेजोल्यूशन पास करा के अमेंड कर सकती है। सो अमेंडमेंट पावर बहुत वड्डी हुंदी है तो वो तां ही मिलेगी जे तुहानूं इंडिपेंडेंस है उस चीज़ की। सो पार्लीमेंट की की है, साडे सॉवरनिटी है, तो जुडिशियल की है, सुप्रीमेसी है। जुडिशियल सुप्रीमेसी का मतलब की हुंदा कि जे कोई भी लॉ है, सपोज करो वो
ਜੁਡੀਸ਼ਰੀ ਮੀਨਸ ਸੁਪਰੀਮ ਕੋਰਟ, ਹਾਈ ਕੋਰਟ, ਸਾਡੀ ਕੋਰਟਸ ਹੁੰਦੀਆਂ ਨੇ, ਉਹਨਾਂ ਨੂੰ ਪਸੰਦ ਨਹੀਂ ਆਉਂਦਾ ਤੇ ਉਹ ਕੀ ਕਰ ਸਕਦੀਆਂ ਨੇ, ਉਸ ਲਾਅ ਨੂੰ ਖਾਰਿਜ ਕਰ ਸਕਦੀਆਂ ਨੇ। ਉਹਦਾ ਇੱਕ ਟੂਲ ਹੁੰਦਾ ਸਟੂਡੈਂਟ ਜਿਹਦਾ ਨਾਮ ਹੁੰਦਾ ਜੁਡੀਸ਼ੀਅਲ ਰਿਵਿਊ। ਜੁਡੀਸ਼ੀਅਲ ਰਿਵਿਊ, ਇਸ ਟੂਲ ਦੇ ਨਾਲ ਜੁਡੀਸ਼ਰੀ ਆਪਣੇ ਆਪ ਨੂੰ ਕੀ ਕਰਦੀ ਹੈ, ਸੁਪਰੀਮ ਅਥਾਰਟੀ ਦੱਸਦੀ ਹੈ। ਕੋਈ ਵੀ ਲਾਅ ਹੈ ਜਿਹਦੇ ਵਿੱਚ ਤੁਹਾਡੇ ਹੱਕ ਹੈ, ਉਹਨਾਂ ਦੇ ਅਗੇਂਸਟ ਕੋਈ ਗੱਲ ਹੁੰਦੀ ਹੈ, ਜੇ ਤੁਹਾਡੀ ਫੰਡਾਮੈਂਟਲ ਰਾਈਟਸ ਜਿਹਨੂੰ ਅਸੀਂ ਕਹਿੰਦੇ ਹਾਂ ਆਰਟੀਕਲ 13 ਤੋਂ 32 ਦੇ ਵਿੱਚ, ਉਹ ਸਾਰੀਆਂ ਕੋਈ ਵੀ ਵਾਇਲੇਟ ਹੁੰਦੀ ਹੈ ਤੇ ਉਸ ਕੇਸ ਦੇ ਵਿੱਚ ਜੁਡੀਸ਼ਰੀ ਅੱਗੇ ਆਉਂਦੀ ਹੈ ਤੇ ਉਹਦੇ ਜੁਡੀਸ਼ੀਅਲ ਰਿਵਿਊ ਕਰਦੀ ਹੈ। ਸੋ ਜਦ ਤੱਕ ਅਸੀਂ ਬੇਸਿਕ ਸਟਰਕਚਰ ਬੇਸਿਕਲੀ ਜੇ ਕੋਈ ਵੀ ਕਨਸਟੀਟਿਊਸ਼ਨ ਦਾ ਲਾਅ ਵਾਇਲੇਟ ਕਰਾਂਗੇ ਤੇ ਜੁਡੀਸ਼ਰੀ ਅੱਗੇ ਆਏਗੀ ਤੇ ਉਸ ਰੂਲ ਨੂੰ ਖਾਰਿਜ ਕਰ ਦੇਗੀ। ਇਹਨੂੰ ਕੀ ਕਹਿੰਦੇ ਅਸੀਂ, ਜੁਡੀਸ਼ੀਅਲ ਸੁਪਰੀਮੇਸੀ, ਸੁਪਰੀਮੇਸੀ ਆਫ ਜੁਡੀਸ਼ੀਅਲ। ਬਟ ਇਹ ਦੋਨੋਂ ਚੀਜ਼ਾਂ ਕੰਬਾਈਨਡ ਫਾਰਮ 'ਚ ਹੈ। ਪਾਰਲੀਮੈਂਟ ਕਿਹਦੇ ਤੇ ਚੈੱਕ ਰੱਖਦੀ ਹੈ, ਜੁਡੀਸ਼ਰੀ ਤੇ ਜੁਡੀਸ਼ਰੀ ਕਿਸ ਦੇ ਉੱਤੇ ਚੈੱਕ ਰੱਖਦੀ ਹੈ, ਪਾਰਲੀਮੈਂਟ ਦੇ ਉੱਤੇ। ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਸਟੂਡੈਂਟਸ। ਸਾਡੇ ਇੱਥੇ ਬੇਸਿਕਲੀ ਕੀ ਹੈ ਕਿ ਸੈਪਰੇਸ਼ਨ ਆਫ ਪਾਵਰਸ ਤੇ ਹੈ, ਬਟ ਕੀ ਹੈ, ਇੱਕ ਦੂਸਰੇ ਉੱਤੇ ਚੈੱਕਸ ਵੀ ਹੈਗੇ ਤੇ ਬੈਲੈਂਸਿਸ ਵੀ ਹੈਗੇ। ਜੇ ਸਪੋਜ਼ ਕਰੋ ਸਾਡੀ ਐਗਜ਼ੈਕਟਿਵ ਮੀਨਸ ਜਿਹੜੇ ਸਾਡੇ ਮੰਤਰੀ ਨੇ, ਜਿਹੜੇ ਪ੍ਰਾਈਮ ਮਿਨਿਸਟਰ, ਚੀਫ ਮਿਨਿਸਟਰ, ਜੇ ਇਹ ਕੋਈ ਵੀ ਚੰਗੀ ਤਰੀਕੇ ਨਾਲ ਪਰਫਾਰਮ ਨਹੀਂ ਕਰ ਰਹੇ ਹੈ ਸਰਕਾਰ, ਤੇ ਪਾਰਲੀਮੈਂਟ ਸੰਸਦ ਵਿੱਚ ਸਾਰੇ ਮੈਂਬਰਸ ਮਿਲ ਕੇ ਨੋ ਕੌਨਫੀਡੈਂਸ ਮੋਸ਼ਨ ਪਾਸ ਕਰਕੇ ਇਹਨਾਂ ਨੂੰ ਬਾਹਰ ਕੱਢ ਸਕਦੇ ਨੇ। ਦੂਸਰਾ, ਜੇ ਸਪੋਜ਼ ਕਰੋ ਕੋਈ ਜੁਡੀਸ਼ਰੀ ਦੀ ਅਪਾਇੰਟਮੈਂਟ ਹੈ, ਉਹ ਕੌਣ ਕਰਦੀ ਹੈ, ਪਾਰਲੀਮੈਂਟ ਕਰਦੀ ਹੈ। ਕਿਹਦੇ ਨਾਲ ਮਿਲ ਕੇ, ਜੱਜਿਸ ਦੇ ਨਾਲ ਰਲ ਮਿਲ ਕੇ। ਸੋ ਸਟੂਡੈਂਟਸ ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਹ ਜੁਡੀਸ਼ੀਅਲ ਸੁਪਰੀਮੇਸੀ ਤੇ ਪਾਰਲੀਮੈਂਟ ਦੀ ਸੋਵਰਨਿਟੀ ਇਹਦਾ ਕੰਬਾਈਨਡ ਮਿਕਸਚਰ ਹੈ। ਕੁਐਸਚਨ ਆ ਜੇ ਤੁਹਾਨੂੰ ਕਿ ਕੱਲੀ ਪਾਰਲੀਮੈਂਟ ਸੁਪਰੀਮ ਹੈ, ਉਹ ਵੀ ਗਲਤ ਹੋਏਗੀ, ਕੱਲੀ ਜੁਡੀਸ਼ਰੀ ਸੁਪਰੀਮ ਹੈ ਤੇ ਉਹ ਵੀ ਗਲਤ ਹੋਏਗਾ। 6th ਪੁਆਇੰਟ ਅਸੀਂ ਕਰਨ ਜਾ ਰਹੇ ਹਾਂ, ਇੰਡੀਪੈਂਡੈਂਟ ਐਂਡ ਇੰਟੀਗ੍ਰੇਟਿਡ ਜੁਡੀਸ਼ੀਅਲ ਸਿਸਟਮ। ਸਟੂਡੈਂਟਸ ਤੁਹਾਨੂੰ ਪਹਿਲਾਂ ਮੈਂ ਦੱਸਾਂਗਾ ਇੰਡੀਪੈਂਡੈਂਟ। ਸਾਰਿਆਂ ਨੂੰ ਪਤਾ ਹੋਏਗਾ ਕਿ ਇੰਡੀਪੈਂਡੈਂਟ ਦਾ ਕੀ ਮਤਲਬ ਹੁੰਦਾ। ਇੰਡੀਪੈਂਡੈਂਟ ਆਜ਼ਾਦ ਫੈਸਲੇ, ਸੋਵਰਨਿਟੀ ਦਾ ਵੀ ਮਤਲਬ ਕੀ ਹੁੰਦਾ ਹੈ, ਆਜ਼ਾਦ ਫੈਸਲੇ। ਸਿਮਿਲਰਲੀ ਇੰਡੀਪੈਂਡੈਂਟ ਦਾ ਮਤਲਬ ਵੀ ਹੁੰਦਾ ਹੈ ਆਜ਼ਾਦੀ ਦੇ ਨਾਲ ਕੰਮ ਕਰਨਾ। ਸਪੋਜ਼ ਕਰੋ ਕੋਈ ਇੱਕ ਆਫਿਸਰ ਹੈ, ਜੇ ਉਸ ਨੂੰ ਅਸੀਂ ਕੋਈ ਆਜ਼ਾਦੀ ਨਹੀਂ ਦਾਂਗੇ ਕੰਮ ਕਰਨ ਦੀ, ਕਿਆ ਉਹ ਆਪਣੇ ਜਿਹੜੇ ਕੰਮ ਹੈ ਆਫਿਸ ਦੇ ਉਹ ਚੰਗੀ ਤਰ੍ਹਾਂ ਕਰ ਪਾਏਗਾ? ਕਿਆ ਉਹ ਇੰਪਾਰਸ਼ਲੀ ਮੀਨਸ ਕਿਸੇ ਇੱਕ ਬੰਦੇ ਦਾ ਪੱਖ ਨਾ ਲੈ ਕੇ ਉਹ ਕੰਮ ਕਰ ਪਾਏਗਾ? ਨਹੀਂ। ਬਟ ਜੇ ਅਸੀਂ ਉਸ ਬੰਦੇ ਨੂੰ ਆਜ਼ਾਦੀ ਦੇਵਾਂਗੇ, ਉਸ ਬੰਦੇ ਨੂੰ ਅੱਛਾ ਵਰਕ ਐਟਮੋਸਫੇਅਰ ਦਾਂਗੇ, ਉਹ ਬੰਦਾ ਅੱਛੇ ਤਰੀਕੇ ਨਾਲ, ਉਹ ਆਫਿਸਰ ਅੱਛੇ ਤਰੀਕੇ ਨਾਲ ਕੀ ਕੰਮ ਕਰ ਪਾਏਗਾ। ਸਿਮਿਲਰਲੀ ਜੇ ਅਸੀਂ ਜੁਡੀਸ਼ਰੀ ਨੂੰ ਜਦ ਤੱਕ ਆਜ਼ਾਦ ਨਹੀਂ ਕਰਦੇ, ਉਸ ਦੇ ਫੈਸਲੇ ਨੂੰ ਉਸ ਦੇ ਜੋ ਫੈਸਲੇ ਲੈਂਦੀ ਹੈ ਉਹਨੂੰ ਕੁਐਸਚਨ ਨਹੀਂ ਕਰ ਸਕਦੇ, ਜਦੋਂ ਜੁਡੀਸ਼ਰੀ ਨੂੰ ਪਤਾ ਹੈ ਕਿ ਮੈਨੂੰ ਆਜ਼ਾਦੀ ਹੈ ਕੰਮ ਕਰਨ ਦੀ, ਤੇ ਉਹ ਲੋਕਾਂ ਦੇ ਹੱਕ ਵਿੱਚ ਫੈਸਲੇ ਲਏਗੀ ਤੇ ਕੋਈ ਵੀ ਪਾਰਸ਼ਲਿਟੀ ਨਹੀਂ ਕਰੇਗੀ ਕਿਸੇ ਇੱਕ ਬੰਦੇ ਨਾਲ। ਜੱਜਿਸ, ਤੁਹਾਨੂੰ ਪਤਾ ਹੈ ਜੱਜਿਸ ਇੱਕ ਜੁਡੀਸ਼ਰੀ ਇੱਦਾਂ ਦਾ ਸਾਡਾ ਇੰਸਟਰੂਮੈਂਟ ਹੈ ਕਿ ਸਾਡੀ ਰਾਈਟਸ, ਸਾਡੇ ਜਿੰਨੇ ਵੀ ਪ੍ਰੋਬਲਮਸ ਆਉਂਦੀਆਂ ਲਾਈਫ 'ਚ, ਕਿਤੇ ਵੀ ਸਾਨੂੰ ਕੋਈ ਆਉਂਦੀ ਹੈ, ਕੇਸਿਸ ਤੁਹਾਨੂੰ ਪਤਾ ਹੈ ਜੁਡੀਸ਼ਰੀ 'ਚ ਕਿੰਨੇ ਪੈਂਡਿੰਗ ਕੇਸਿਸ ਹੈ। ਕਿਉਂ ਨੇ? ਬਿਕੋਜ਼ ਉਹ ਇੱਕ ਅਪੀਲ ਕਰਨ ਦੀ ਜਗ੍ਹਾ ਹੈ, ਤੁਹਾਡੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਹੀ ਇੱਕ ਇੰਸਟੀਟਿਊਸ਼ਨ ਬਣਾਇਆ ਹੋਇਆ ਹੈ। ਤੁਸੀਂ ਫਾਈਟ ਕਰ ਸਕਦੇ ਹੋ ਆਪਣੀ ਰਾਈਟਸ ਵਾਸਤੇ ਉੱਥੇ ਜਾ ਕੇ। ਸੋ ਜੁਡੀਸ਼ਰੀ ਨੂੰ ਇਸੇ ਲਈ ਇੰਡੀਪੈਂਡੈਂਟ ਕਰਨਾ ਪਿਆ ਤਾਂ ਕਿ ਉਹ ਪਾਰਸ਼ਲੀ ਡਿਸੀਜਨ ਲੈ ਸਕੇ। ਤੇ ਤੁਹਾਨੂੰ ਪਤਾ ਹੈ ਦੂਸਰਾ ਪੁਆਇੰਟ ਜੋ ਤੁਹਾਡੇ 6ਵੇਂ ਪੁਆਇੰਟ 'ਚ ਲਿਖਿਆ ਹੋਇਆ ਹੈ ਕਿ ਇੰਟੀਗ੍ਰੇਟਿਡ ਜੁਡੀਸ਼ੀਅਲ ਸਿਸਟਮ ਕੀ ਹੁੰਦਾ ਹੈ। ਇੰਟੀਗ੍ਰੇਟਿਡ ਦਾ ਮਤਲਬ ਹੁੰਦਾ ਹੈ ਇੱਕ ਹਾਇਰਾਰਕੀ ਹੈ, ਠੀਕ ਹੈ। ਜਿਵੇਂ ਕਿ ਹਾਇਰਾਰਕੀ ਦੇ ਵਿੱਚ ਸਭ ਤੋਂ ਉੱਤੇ ਕੌਣ ਹੁੰਦਾ ਹੈ ਸਟੂਡੈਂਟਸ? ਸੁਪਰੀਮ ਕੋਰਟ, ਫਿਰ ਹੁੰਦੀ ਹੈ ਤੁਹਾਡੀ ਹਾਈ ਕੋਰਟ, ਫਿਰ ਆਉਂਦੀ ਹੈ ਡਿਸਟ੍ਰਿਕਟ ਕੋਰਟ। ਸੁਪਰੀਮ ਕੋਰਟ ਤੁਹਾਨੂੰ ਪਤਾ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਹੈਡਕੁਆਟਰਸ, ਜਿਹੜੀ ਕਿ ਸਭ ਤੋਂ ਹਾਈਐਸਟ ਲਾਅ ਅਪੀਲ ਏਜੰਸੀ ਕਹਿ ਸਕਦੇ ਹੋ ਤੁਸੀਂ। ਸੁਪਰੀਮ ਕੋਰਟ ਹੈ, ਉਸ ਤੋਂ ਥੱਲੇ ਕੀ ਹਾਈ ਕੋਰਟ ਹੈ, ਫਿਰ ਉਸ ਤੋਂ ਬਾਅਦ ਡਿਸਟ੍ਰਿਕਟ ਕੋਰਟ ਜਿਹਨੂੰ ਸੈਸ਼ਨ ਕੋਰਟਸ ਕਹਿੰਦੇ ਹਾਂ ਅਸੀਂ, ਹੋਰ ਵੀ ਲੋਅਰ ਕੋਰਟਸ ਹੁੰਦੀਆਂ ਸੈਸ਼ਨ ਲੈਵਲ ਦੇ ਉੱਤੇ। ਸੋ ਸਟੂਡੈਂਟਸ ਇਹਨੂੰ ਕਹਿੰਦੇ ਅਸੀਂ ਇੰਟੀਗ੍ਰੇਟਿਡ ਜੁਡੀਸ਼ੀਅਲ ਸਿਸਟਮ। ਬਟ ਤੁਸੀਂ ਇਹਦਾ ਮਤਲਬ ਹਾਇਰਾਰਕੀ ਤੇ ਤੁਹਾਨੂੰ ਮੈਂ ਸਮਝਾਤੀ ਹੈ, ਬਟ ਇਹਦਾ ਕੀ ਮਤਲਬ ਹੈ? ਲਾਜ਼ ਜਿੰਨੇ ਵੀ ਨੇ ਉਹ ਤਿੰਨੋਂ ਕੋਰਟਸ ਦੇ ਵਿੱਚ ਇਕੁਅਲ ਹੈ, ਤੇ ਇੰਡੀਆ ਦੇ ਵਿੱਚ ਜੋ ਲਾਅ ਸੁਪਰੀਮ ਕੋਰਟ 'ਚ ਲੱਗਣਾ ਉਹੀ ਲਾਅ ਡਿਸਟ੍ਰਿਕਟ ਕੋਰਟ 'ਚ ਵੀ ਲੱਗਣਾ। ਲਾਜ਼ ਹਰ ਪਾਸੇ ਕੀ ਨੇ? ਇਕੁਅਲ ਨੇ। ਸੋ ਦੇयर ਆਰ all the laws which are equal in all the courts, ਸੁਪਰੀਮ ਕੋਰਟ 'ਚ ਵੀ, ਹਾਈ ਕੋਰਟ 'ਚ ਵੀ ਤੇ ਡਿਸਟ੍ਰਿਕਟ ਕੋਰਟ 'ਚ ਵੀ ਇੱਕੋ ਹੀ ਲਾਅ ਅਪਲਾਈ ਹੋਏਗਾ। ਇਹਨੂੰ ਕੀ ਕਹਿੰਦੇ ਆ? ਇੰਟੀਗ੍ਰੇਟਿਡ ਜੁਡੀਸ਼ੀਅਲ ਸਿਸਟਮ। ਸਭ ਤੋਂ ਉੱਤੇ ਕੌਣ ਹੈ? ਸੁਪਰੀਮ ਕੋਰਟ, ਥੱਲੇ ਹਾਈ ਕੋਰਟ ਤੇ ਕੌਣ ਹੈ? ਡਿਸਟ੍ਰਿਕਟ ਕੋਰਟ।
ਤੇ ਇਸੀ ਨੇ ਇੱਕ ਸਿਸਟਮ ਬਣਾ ਦਿੱਤਾ ਗਿਆ ਜਿਹਨੂੰ ਅਸੀਂ ਇੰਟੀਗ੍ਰੇਟਿਡ ਕਹਿੰਦੇ ਆ, ਮਤਲਬ ਜੋੜ ਕੇ ਕੰਮ ਚੱਲਦਾ ਹੈ। ਅਪੀਲਸ ਵੀ ਅਸੀਂ ਕਰਦੇ ਆ। ਜੇ ਡਿਸਟ੍ਰਿਕਟ ਕੋਰਟ ਦਾ ਕੇਸ ਹੈ ਉਹ ਅਪੀਲ ਕਰਨੇ ਆ ਅਸੀਂ, ਉਹ ਕਿੱਥੇ ਕਰਦੇ ਆ? ਹਾਈ ਕੋਰਟ 'ਚ। ਫਿਰ ਉਸ ਤੋਂ ਬਾਅਦ ਹਾਈ ਕੋਰਟ 'ਚ ਜਿਹੜਾ ਲਾਸਟ ਹੁੰਦਾ ਕਿਚਨ ਹੈ ਸੁਪਰੀਮ ਕੋਰਟ ਦੇ ਵਿੱਚ। ਸੋ ਇੱਕ ਐਪੀਲੀਏਟ ਜੁਰਿਸਡਿਕਸ਼ਨ ਕਹਿੰਦੇ ਆ। ਜਿੰਨੇ ਵੀ ਲਾਅ ਦੇ ਸਟੂਡੈਂਟਸ ਆ, ਜਿਨ੍ਹਾਂ ਨੇ ਲਾਅ ਬੈਕਗਰਾਊਂਡ ਦੇ ਵਿੱਚ ਕੁਝ ਕੀਤਾ ਉਹਨਾਂ ਨੂੰ ਪਤਾ ਹੋਏਗਾ। ਅਪੀਲ, ਦਲੀਲ ਰੱਖਣਾ, ਆਪਣੀ ਅਪੀਲ ਰੱਖਣਾ, ਠੀਕ ਹੈ ਨਾ, ਛੋਟੀ ਤੋਂ ਉੱਤੇ ਜਾਂਦੀ ਹੈ। ਸੋ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਸਟੂਡੈਂਟ ਯੂਐਸ ਦੇ ਬਾਰੇ, ਠੀਕ ਹੈ। ਹੁਣ ਯੂਐਸ ਦੇ ਵਿੱਚ ਕੀ ਹੈ ਕਿ ਲਾਜ਼ ਆ ਨਾ ਜਿਹੜੇ ਉਹ ਡਿਫਰੈਂਟ ਹੈ। ਇੱਕ ਹੁੰਦੀ ਹੈ ਫੈਡਰਲ ਕੋਰਟ ਜਿਹੜੀ ਉਹਨਾਂ ਦੀ ਸੈਂਟਰ ਦੇ ਵਿੱਚ ਹੁੰਦੀ ਹੈ, ਜਿਵੇਂ ਸਾਡੀ ਸੁਪਰੀਮ ਕੋਰਟ ਹੈ ਉਹਨਾਂ ਦੀ ਫੈਡਰਲ ਕੋਰਟ ਹੈ। ਇੱਕ ਉੱਦਾਂ ਦੀ ਸਟੇਟਸ ਦੀ ਵੱਖਰੀ ਕੋਰਟਸ ਹੁੰਦੀਆਂ ਨੇ, ਤੇ ਦੋਵਾਂ ਦੇ ਵਿੱਚ ਆਪਣੇ ਆਪਣੇ ਲਾਜ਼ ਚੱਲ ਸਕਦੇ ਨੇ। ਇੰਡੀਆ ਦੇ ਵਿੱਚ ਕੀ ਹੈ, ਹਰ ਪਾਸੇ ਸਟੇਟ 'ਚ ਵੀ ਸੇਮ ਲਾਅ ਤੇ ਸੈਂਟਰ 'ਚ ਵੀ ਸੇਮ ਲਾਅ। ਜੁਡੀਸ਼ਰੀ ਨੇ ਇੱਕੋ ਹੀ ਲਾਅ ਲਗਾਉਣਾ ਤਿੰਨੋਂ ਕੋਰਟਸ ਦੇ ਵਿੱਚ। ਬਟ ਯੂਐਸ 'ਚ ਕੀ ਹੈ, ਡਿਫਰੈਂਟ ਹੈ। ਬਾਕੀ ਜਿਹੜਾ ਮੈਟਰ ਤੁਹਾਨੂੰ ਮੈਂ ਸਮਝਾਇਆ ਸਭ ਕੁਝ ਤੁਹਾਨੂੰ ਲਿਖਿਆ ਹੋਇਆ, ਤੁਸੀਂ ਰੀਡ ਕਰਨਾ। It is the duty of all the levels of the courts in India to enforce both central and the state laws। ਮਤਲਬ ਸਾਡੀ ਕੋਰਟਸ ਦੀ ਕੀ ਹੈ, ਡਿਊਟੀ ਹੈ ਕਿ ਸਾਰੇ ਸੈਂਟਰਲ ਤੇ ਸਟੇਟ ਲਾਜ਼ ਨੂੰ ਅਪਲਾਈ ਕਰਵਾਉਣਾ। ਬਟ ਯੂਐਸ ਦੇ ਵਿੱਚ ਕੀ ਹੈ, ਸੈਂਟਰ ਆਪਣੇ ਤਰੀਕੇ ਨਾਲ ਜੁਡੀਸ਼ਰੀ ਉੱਥੇ ਕੰਮ ਕਰਦੀ ਹੈ ਤੇ ਸਟੇਟ ਦੀ ਜੁਡੀਸ਼ਰੀ ਆਪਣੇ ਤਰੀਕੇ ਨਾਲ ਕੰਮ ਕਰਦੀ ਹੈ। ਸੋ ਸਟੂਡੈਂਟਸ ਇਹ ਬਹੁਤ ਇੰਪੋਰਟੈਂਟ ਟੌਪਿਕ ਹੈ, ਸਮਝਣ ਵਾਲਾ। ਪਲੀਜ਼ ਇਸ ਨੂੰ ਟਰਾਈ ਟੂ ਅੰਡਰਸਟੈਂਡ। ਬਾਕੀ ਜਿਹੜੇ ਵੀ ਤੁਹਾਡੇ ਡਾਊਟਸ ਹੋਣਗੇ ਅਸੀਂ ਇੱਕ ਇੱਕ ਕਰਕੇ ਆਉਣ ਵਾਲੇ ਸੈਸ਼ਨ 'ਚ ਲਵਾਂਗੇ। ਲਾਈਵ ਡਾਊਟ ਸੈਸ਼ਨ ਵੀ ਲਵਾਂਗੇ, ਜੋ ਤੁਹਾਡੀਆਂ ਪ੍ਰੋਬਲਮਸ ਨੇ ਹੱਲ ਕਰਾਵਾਂਗੇ ਤੇ ਤੁਹਾਡਾ ਟੈਸਟ ਵੀ ਕਲੀਅਰ ਕਰਵਾਵਾਂਗੇ। ਅੱਗੇ ਹੁਣ ਵੱਧਦੇ ਹਾਂ ਅਸੀਂ। ਓਕੇ ਸਟੂਡੈਂਟਸ, ਅੱਜ ਦਾ ਜਿਹੜਾ ਲਾਸਟ ਟੌਪਿਕ ਮੈਂ ਤੁਹਾਨੂੰ ਕਰਵਾਵਾਂਗਾ ਉਹ ਇੱਕ ਫੀਚਰ ਹੀ ਹੈ, ਬਟ ਇਹ ਬਹੁਤ ਹੀ ਇੰਪੋਰਟੈਂਟ ਹੈ। ਇਸ ਨੂੰ ਸਮਝਣ ਵਿੱਚ ਥੋੜਾ ਜਿਹਾ ਟਾਈਮ ਤੇ ਲੱਗੇਗਾ, ਬਟ ਤੁਹਾਨੂੰ ਅੱਜ ਦੀ ਕਲਾਸ ਦੇ ਵਿੱਚ ਮੈਂ ਇੰਨਾ ਡਿਟੇਲ 'ਚ ਨਹੀਂ ਲੈ ਕੇ ਜਾਵਾਂਗਾ। ਤੁਹਾਨੂੰ ਬਸ ਇੰਨਾ ਪਤਾ ਹੋਣਾ ਚਾਹੀਦਾ ਹੈ ਕਿ ਅਮੈਂਡਮੈਂਟ ਦਾ ਮਤਲਬ ਕੀ ਹੁੰਦਾ ਹੈ। ਤੁਹਾਡੇ ਸਾਹਮਣੇ ਸਲਾਈਡ 'ਚ ਆ ਰਿਹਾ ਵਟ ਇਜ਼ ਅਮੈਂਡਮੈਂਟ। ਅਮੈਂਡਮੈਂਟ ਕੀ ਹੁੰਦਾ ਹੈ? ਕਿਸੇ ਵੀ ਚੀਜ਼ ਦਾ ਚੇਂਜ ਕਰਨਾ, ਸੰਸ਼ੋਧਨ ਜਿਹਨੂੰ ਕਹਿੰਦੇ ਹਾਂ ਅਸੀਂ। ਅਮੈਂਡਮੈਂਟ ਪ੍ਰੋਸੀਜਰ ਕੀ ਹੈ ਸਾਡਾ, ਅਸੀਂ ਉਹ ਦੇਖਣਾ। ਦੋ ਤਰੀਕੇ ਨਾਲ ਅਮੈਂਡਮੈਂਟਸ ਹੋ ਸਕਦੀ ਹੈ ਸਟੂਡੈਂਟਸ। ਇੱਕ ਤੇ ਹੁੰਦੀ ਹੈ ਆਰਟੀਕਲ 368 ਦੇ ਅੰਦਰ 368, ਜਿਹੜੀ ਤੇ 368 ਦੇ ਅੰਡਰ ਹੁੰਦੀ ਹੈ ਸਟੂਡੈਂਟਸ, ਉਹਨੂੰ ਕੀ ਕਹਿੰਦੇ ਅਸੀਂ? ਕਨਸਟੀਟਿਊਸ਼ਨਲ ਅਮੈਂਡਮੈਂਟ। ਮੀਨਸ ਸੰਵਿਧਾਨ 'ਚ ਜੇ ਕੋਈ ਬਦਲਾਵ ਕਰਨਾ ਉਹਦੇ ਕੇਸ ਦੇ ਵਿੱਚ ਅਸੀਂ ਕਿਹੜੀ ਅਮੈਂਡਮੈਂਟ ਕਰਨੀ ਹੈ? ਆਰਟੀਕਲ 368 ਦੀ। ਇੱਕ ਹੁੰਦੀ ਹੈ ਆਰਡੀਨਰੀ ਲੈਜਿਸਲੇਸ਼ਨ ਵਾਸਤੇ। ਆਰਡੀਨਰੀ ਮੀਨਸ ਜੋ ਕਿ ਕਨਸਟੀਟਿਊਸ਼ਨ ਦੇ ਵਿੱਚ ਨਹੀਂ ਲਿਖਿਆ ਹੋਇਆ, ਇੱਕ ਨਾਰਮਲ ਲੈਜਿਸਲੇਸ਼ਨ ਹੈ ਜਿਹਦੇ ਵਾਸਤੇ ਸਾਨੂੰ ਆਰਟੀਕਲ 368 ਨੂੰ ਅਪਲਾਈ ਕਰਨ ਦੀ ਲੋੜ ਨਹੀਂ ਹੈ। ਇਹ ਦੋਨਾਂ ਨੂੰ ਅਸੀਂ ਇੱਕ ਇੱਕ ਕਰਕੇ ਤੁਹਾਨੂੰ ਸਮਝਾਵਾਂਗੇ। ਪਹਿਲੇ ਅਸੀਂ ਗੱਲ ਕਰਦੇ ਹਾਂ ਨੈਕਸਟ ਫੀਚਰ ਦੀ, ਕਿ ਇਹ ਫੀਚਰ ਹੈ ਕੀ ਹੈ। ਉਸ ਦੇ ਬਾਅਦ ਅਸੀਂ ਤੁਹਾਨੂੰ ਇਹ ਚੀਜ਼ ਸਮਝਾਵਾਂਗੇ। ਓਕੇ, ਕੰਬੀਨੇਸ਼ਨ ਆਫ ਰਿਜਿਡਿਟੀ ਐਂਡ ਫਲੈਕਸੀਬਿਲਿਟੀ। ਦੇਖੋ ਦੋਵਾਂ ਦਾ ਮਤਲਬ ਤੁਹਾਨੂੰ ਪਹਿਲਾਂ ਮੈਨੂੰ ਸਮਝਾਉਣਾ ਪਏਗਾ ਕਿ ਰਿਜਿਡਿਟੀ ਦਾ ਮਤਲਬ ਕੀ ਹੁੰਦਾ ਹੈ ਤੇ ਫਲੈਕਸੀਬਿਲਿਟੀ ਦਾ ਮਤਲਬ ਕੀ ਹੁੰਦਾ ਹੈ। ਰਿਜਿਡਿਟੀ ਮੀਨਸ ਕੋਈ ਚੀਜ਼ ਸਖਤ ਹੈ, ਠੀਕ ਹੈ। ਕਹਿੰਦੇ ਨੇ ਸੀ ਬੰਦਾ ਬਹੁਤ ਸਖਤ ਸੁਭਾਅ ਦਾ, ਆਪਣੇ ਅਸੂਲਾਂ ਤੋਂ ਹਟਦਾ ਨਹੀਂ, ਜੋ ਇਹਨੇ ਕਹਿਤਾ ਇਹਨੇ ਉਹੀ ਕਰਨਾ। ਇੱਕ ਹੁੰਦਾ ਫਲੈਕਸੀਬਿਲਿਟੀ, ਮੀਨਸ ਇਹ ਬੰਦਾ ਬਹੁਤ ਫਲੈਕਸੀਬਲ ਆ, ਚੇਂਜ ਹੋ ਸਕਦਾ ਜਲਦੀ। ਜੇ ਇਹਨੂੰ ਕਹਿ ਦੋ ਕਿ ਇਹ ਕਰਨਾ ਹੈ ਤੇ ਉਹ ਕਹਿ ਦੋ ਕਰ ਦਾਂਗੇ। ਜੇ ਅਸੀਂ ਕਵਾਂਗੇ ਨਹੀਂ ਕਰਨਾ ਕੋਈ ਗੱਲ ਨਹੀਂ। ਮੀਨਸ ਉਹ ਆਪਣੇ ਪ੍ਰਿੰਸੀਪਲਸ ਤੋਂ ਹੋ ਸਕਦਾ ਹੈ ਚੇਂਜ। ਸੋ ਭਾਰਤ ਦਾ ਜਿਹੜਾ ਸਾਡਾ ਪਾਰਲੀਮੈਂਟਰੀ ਸਿਸਟਮ ਆ ਉਹ ਦੋਨਾਂ ਦਾ ਮਿਕਸਚਰ ਹੈ। ਇਹ ਵੀ ਨਹੀਂ ਕਿ ਇਹ ਬਹੁਤ ਸਖਤ ਹੈ ਤੇ ਇਹ ਵੀ ਨਹੀਂ ਕਿ ਇਹਨੂੰ ਅਸੀਂ ਆਰਾਮ ਨਾਲ ਚੇਂਜ ਕਰ ਦਾਂਗੇ। ਸੋ ਬੈਲੈਂਸ ਹੈ ਦੋਵਾਂ ਦਾ। ਸੋ ਅਸੀਂ ਉਹ ਨੈਕਸਟ ਕਰਾਂਗੇ ਕੰਬੀਨੇਸ਼ਨ ਆਫ ਰਿਜਿਡਿਟੀ ਐਂਡ ਫਲੈਕਸੀਬਿਲਿਟੀ। ਸੋ ਅਸੀਂ ਹੁਣ ਸਮਝਾਂਗੇ ਕੰਬੀਨੇਸ਼ਨ ਆਫ ਰਿਜਿਡਿਟੀ ਐਂਡ ਫਲੈਕਸੀਬਿਲਿਟੀ। ਇੰਡੀਅਨ ਕਨਸਟੀਟਿਊਸ਼ਨ ਨਾਲ ਇੱਕ ਬੈਲੈਂਸ ਹੈ ਰਿਜਿਡਿਟੀ ਦਾ ਤੇ ਫਲੈਕਸੀਬਿਲਿਟੀ ਦਾ, ਜਿਵੇਂ ਤੁਹਾਨੂੰ ਮੈਂ ਸਮਝਾਇਆ। ਮੀਨਸ ਸਖਤ ਵੀ ਹੈ ਤੇ ਚੇਂਜ ਵੀ ਕਰ ਸਕਦੇ ਹੋ ਤੁਸੀਂ, ਠੀਕ ਹੈ। ਹੁਣ ਉਹਦੇ ਅੰਡਰ ਆਉਂਦਾ ਇੱਕ ਆਰਟੀਕਲ 368, ਜੋ ਅਸੀਂ ਅੱਜ ਦੀ ਟੌਪਿਕ ਨੂੰ ਬਹੁਤ ਅੱਛੇ ਤਰੀਕੇ ਨਾਲ ਸਮਝਣਾ। ਆਰਟੀਕਲ ਕਿਹੜਾ ਹੈ? 368। ਜਸਟ ਵੇਟ। आर्टिकल 368
ਪਹਿਲਾਂ ਤਾਂ ਸਟੂਡੈਂਟਸ ਮੈਂ ਤੁਹਾਨੂੰ ਦੱਸਦਾ ਇੱਕ ਕੁਐਸਚਨ ਡਾਇਰੈਕਟ ਆ ਸਕਦਾ ਹੈ ਇਸ ਦੇ ਵਿੱਚੋਂ ਕਿ ਜਿਹੜਾ ਆਰਟੀਕਲ 368 ਮੀਨਸ 368 ਹੈ ਇਹ ਕਿਹਦੇ ਨਾਲ ਰਿਲੇਟਡ ਹੈ ਤੇ ਤੁਸੀਂ ਯਾਦ ਰੱਖਣਾ ਹੈ ਕਨਸਟੀਟਿਊਸ਼ਨਲ ਅਮੈਂਡਮੈਂਟ ਸੰਵਿਧਾਨ 'ਚ ਕੁਝ ਬਦਲਾਵ ਕਰਨਾ ਕਨਸਟੀਟਿਊਸ਼ਨ ਅਮੈਂਡਮੈਂਟ ਓਕੇ ਕਨਸਟੀਟਿਊਸ਼ਨ ਦੀ ਅਮੈਂਡਮੈਂਟ ਕਰਨ ਨੂੰ ਕੀ ਕਹਿੰਦੇ ਆ ਅਸੀਂ ਆਰਟੀਕਲ 368 ਹੁਣ ਇਹਦੇ ਅੰਡਰ ਵੀ ਦੋ ਤਰ੍ਹਾਂ ਦੀ ਅਮੈਂਡਮੈਂਟਸ ਹੋ ਸਕਦੀ ਹੈ ਤੁਹਾਡੇ ਸਲਾਈਡ 'ਚ ਤੁਹਾਨੂੰ ਦੋ ਪੁਆਇੰਟਸ ਦਿਖ ਰਹੇ ਹੋਣਗੇ ਇੱਕ ਪਹਿਲਾ ਪੁਆਇੰਟ ਹੈ ਕਿ ਸਮ ਪ੍ਰੋਵੀਜ਼ਨਸ ਕੈਨ ਬੀ ਅਮੈਂਡਡ ਬਾਈ ਅ ਸਪੈਸ਼ਲ ਪਾਰਲੀਮੈਂਟਰੀ ਮੈਜੋਰਿਟੀ ਜਿਹਦੇ ਵਿੱਚ ਸਾਨੂੰ ਕੀ ਚਾਹੀਦੀ ਹੁੰਦੀ ਹੈ 2/3 ਮੈਜੋਰਿਟੀ ਆਫ ਦਾ ਮੈਂਬਰਸ ਆਫ ਈਚ ਹਾਊਸ ਪ੍ਰੈਜ਼ੈਂਟ ਐਂਡ ਵੋਟਿੰਗ that is more than plus majority of the each house total membership ਮੈਨੂੰ ਪਤਾ ਹੈ ਥੋੜਾ ਟਫ ਲੱਗੇਗਾ ਸਮਝਣ 'ਚ ਅਸੀਂ ਤੁਹਾਨੂੰ ਈਜ਼ੀ ਕਰਕੇ ਇਹਨੂੰ ਐਕਸਪਲੇਨ ਕਰਾਂਗੇ ਓਕੇ ਸਟੂਡੈਂਟਸ ਪਹਿਲੀ ਦੇਖੋ ਇੱਕ ਹੁੰਦੀ ਹੈ स्पेशल मेजोरिटी स्पेशल मेजोरिटी दी स्टूडेंट्स की कंडीशन होंदी है ध्यान ना समझो डायरेक्ट क्वेश्चन आना जे पेपर च जे आया ते 2/3 ऑफ मेंबर्स present and voting plus 50% members that is of total membership of house. So 2/3 of the third majority of the members present and voting and 50% total membership of the house ਇਹ ਡਾਇਰੈਕਟ ਕੀ ਹੈ ਸਪੈਸ਼ਲ ਮੈਜੋਰਿਟੀ ਹੈ ਜੋ ਵੀ ਮੈਂਬਰਸ ਸਪੋਜ਼ ਕਰੋ ਇੱਕ ਲੋਕ ਸਭਾ ਦਾ ਤੇ ਰਾਜ ਸਭਾ ਤੁਹਾਨੂੰ ਪਤਾ ਦੋ ਹੈਗੇ ਹਾਊਸਿਸ ਆਫ ਪਾਰਲੀਮੈਂਟ ਲੋਕ ਸਭਾ 'ਚ ਤੁਹਾਨੂੰ ਪਤਾ 545 ਮੈਂਬਰਸ 545 ਮੈਂਬਰਸ ਅਸੀਂ ਅੱਗੇ ਪੜਾਂਗੇ ਵੈਸੇ 545 ਦਾ 2/3 ਹਿੱਸਾ ਠੀਕ ਹੈ ਤੇ ਸਿਮਿਲਰਲੀ ਜਿਹੜਾ ਹੈਗਾ ਤੁਹਾਡਾ ਰਾਜ ਸਭਾ ਦਾ ਵੀ 2/3 ਹਿੱਸਾ ਉਹਨਾਂ ਦੋਵਾਂ ਦੇ ਮੈਂਬਰਸ ਜਦ ਤੱਕ ਇੰਨੇ ਮੈਂਬਰਸ ਨਹੀਂ ਹੋਣਗੇ ਉਦੋਂ ਤੱਕ ਕੋਈ ਵੀ ਤੁਹਾਡਾ ਜਿਹੜਾ ਕਨਸਟੀਟਿਊਸ਼ਨ 'ਚ ਅਮੈਂਡਮੈਂਟ ਨਹੀਂ ਹੋ ਸਕਦੀ 2/3 ਹਿੱਸਾ ਜਦ ਤੱਕ ਉਸ ਰੈਜ਼ੋਲੂਸ਼ਨ ਨੂੰ ਪਾਸ ਨਹੀਂ ਕਰੇਗਾ 2/3 ਆਫ ਦਾ ਮੈਜੋਰਿਟੀ ਆਫ both the members of the houses of the parliament ਲੋਕ ਸਭਾ ਐਂਡ ਰਾਜ ਸਭਾ ਦੋਨੋਂ ਲੋਕ ਸਭਾ ਵੀ ਤੇ ਰਾਜ ਸਭਾ ਦੀ ਮੈਂਬਰਸ਼ਿਪ ਵਿੱਚ 2/3 ਹਿੱਸੇ ਦੀ ਹੋਣੀ ਚਾਹੀਦੀ ਹੈ ਦੂਸਰਾ ਪੁਆਇੰਟ ਹੈ ਪ੍ਰੈਜ਼ੈਂਟ ਐਂਡ ਵੋਟਿੰਗ ਮੀਨਸ ਇੱਕ ਹੁੰਦਾ ਹੈ ਕਿ ਟੋਟਲ ਮੈਂਬਰਸ਼ਿਪ ਇੱਕ ਹੁੰਦਾ ਹੈ ਕਿ ਜਿੰਨੇ ਲੋਕੀ ਬੈਠੇ ਨੇ ਤੇ ਵੋਟ ਕਰ ਰਹੇ ਨੇ ਜਦੋਂ ਪ੍ਰੈਜ਼ੈਂਟ ਐਂਡ ਵੋਟਿੰਗ ਪਲੱਸ 50% of the total membership of the house means suppose करो 550 of the 550 ਕੀ ਹੈ ਤੁਹਾਡੀ ਟੋਟਲ ਮੈਂਬਰਸ਼ਿਪ ਆਫ ਦਾ ਹਾਊਸ ਹੈ ਉਹਦਾ 50% ਮੀਨਸ ਅੱਧ ਕਰ ਲਓ ਘੱਟੋ ਘੱਟ ਅੱਧੇ ਮੈਂਬਰ ਹਾਊਸ ਦੇ ਟੋਟਲ ਮੈਂਬਰਸ਼ਿਪ 'ਚ ਚਾਹੇ ਆਏ ਹੋਣ ਜਾਂ ਨਾ ਆਏ ਹੋਣਗੇ ਤਾਂ ਫਿਰ ਹੀ ਤੁਹਾਡੀ ਉਹ ਸਪੈਸ਼ਲ ਮੈਜੋਰਿਟੀ ਲੱਗ ਗਏ ਤੇ ਕਨਸਟੀਟਿਊਸ਼ਨਲ ਅਮੈਂਡਮੈਂਟ ਹੋ ਸਕਦੀ ਹੈ ਤੇ ਇਸ ਅਮੈਂਡਮੈਂਟ ਦੇ ਵਿੱਚ ਪ੍ਰੋਸੀਜਰ 'ਚ ਦੋ ਚੀਜ਼ਾਂ ਨੇ 2/3 ਆਫ ਦਾ ਮੈਂਬਰਸ ਪ੍ਰੈਜ਼ੈਂਟ ਐਂਡ ਵੋਟਿੰਗ ਪਲੱਸ 50% ਆਫ ਦਾ ਟੋਟਲ ਮੈਂਬਰਸ਼ਿਪ ਆਫ ਦਾ ਹਾਊਸ ਦੋਨਾਂ ਦਾ ਇਹਦੇ 'ਚ ਵੀ ਲੋਕ ਸਭਾ ਵੀ ਤੇ ਰਾਜ ਸਭਾ ਵੀ ਜਦੋਂ ਇਹ ਦੋਨੋਂ ਚੀਜ਼ਾਂ ਹੋ ਜਾਣਗੀਆਂ ਪਹਿਲਾਂ ਲੋਕ ਸਭਾ 'ਚ ਹੋਊਗਾ ਇੱਦਾਂ ਕੀ ਹੁੰਦਾ ਪਹਿਲੇ ਕੋਈ ਵੀ ਬਿੱਲ ਹੁੰਦਾ ਨਾ ਉਹਨੂੰ ਪਹਿਲੇ ਲੋਕ ਸਭਾ 'ਚ ਲੈ ਕੇ ਜਾਇਆ ਜਾਂਦਾ ਲੋਕ ਸਭਾ ਦੇ ਵਿੱਚ ਜਾਂਦਾ ਉੱਥੇ 2/3 ਹਿੱਸਾ ਜਿੰਨੇ ਵੀ ਮੈਂਬਰਸ ਪ੍ਰੈਜ਼ੈਂਟ ਐਂਡ ਵੋਟਿੰਗ ਨੇ ਠੀਕ ਹੈ ਉਹ ਵੋਟ ਕਰਦੇ ਨੇ ਬਿੱਲ ਪਾਸ ਕਰਦੇ ਨੇ ਫਿਰ ਉਸ ਤੋਂ ਬਾਅਦ ਰਾਜ ਸਭਾ 'ਚ ਜਾਂਦਾ ਉਹਦੇ ਵਿੱਚ ਜਾਂਦੇ ਨੇ ਦੋਵਾਂ ਦੇ ਕੇਸਿਸ 'ਚ 50% ਵੀ ਹੋਣੀ ਚਾਹੀਦੀ ਹੈ ਮੀਨਸ ਟੋਟਲ ਮੈਂਬਰਸ਼ਿਪ ਦਾ ਕੀ ਹੋਣਾ ਚਾਹੀਦਾ ਅੱਧ ਹੋਣਾ ਚਾਹੀਦਾ ਜਦੋਂ ਇਹ ਦੋਨੋਂ ਕੰਡੀਸ਼ਨ ਸੈਟੀਸਫਾਈ ਹੋਣਗੀਆਂ ਤੇ ਫਿਰ ਕੀ ਤੁਹਾਨੂੰ ਮਿਲੇਗੀ ਸਪੈਸ਼ਲ ਮੈਜੋਰਿਟੀ ਸਿਮਿਲਰਲੀ ਇੱਕ ਆ ਜਾਂਦੀ ਹੈ ਤੁਹਾਡੀ ਸਪੈਸ਼ਲ ਮੈਜੋਰਿਟੀ ਪਲੱਸ ਸਟੇਟਸ ਰੈਟੀਫਿਕੇਸ਼ਨ ਸਟੂਡੈਂਟਸ ਮੈਂ ਤੁਹਾਨੂੰ ਇਹ ਤੁਸੀਂ ਨੋਟ ਕਰ ਲਓ ਫਿਰ ਮੈਂ ਨੈਕਸਟ ਸਲਾਈਡ ਤੇ ਤੁਹਾਨੂੰ ਥੋੜਾ ਰਬ ਕਰਨਾ ਪਏਗਾ ਮੈਨੂੰ ਇਹ ਓਕੇ ਇੱਕ ਹੁੰਦੀ ਹੈ ਸਪੈਸ਼ਲ ਮੈਜੋਰਿਟੀ ਤੇ ਤੁਹਾਨੂੰ ਕਰਵਾਤੀ ਇੱਕ ਹੁੰਦੀ ਹੈ ਸਪੈਸ਼ਲ ਮੈਜੋਰਿਟੀ ਵਿਦ
states ratification, special majority with states ratification। ਹੁਣ ਤੁਸੀਂ ਕਹੋਗੇ ਕਿ ਇਹਦੇ ਵਿੱਚ ਇਹ ਵਾਲੀ ਜਿਹੜੀ ਸਪੈਸ਼ਲ ਮੈਜੋਰਿਟੀ ਹੈ, ਇਹ ਜੋ ਪਿਛਲੇ ਵਿੱਚ ਤੁਹਾਡੇ 2 ਪੁਆਇੰਟਸ ਆ ਕੀ ਸੀਗੇ, 2/3 of members present and voting of both the houses, Rajya Sabha and Lok Sabha, plus 50% of the total membership। ਇਹ ਤੇ ਹੋਏਗੀ ਠੀਕ ਹੈ। ਉਸ ਤੋਂ ਬਾਅਦ ਹੁਣ ਜਿਵੇਂ ਕੀ ਹੈ ਸਟੇਟ ਰੈਟੀਫਿਕੇਸ਼ਨ। ਹੁਣ ਤੁਹਾਨੂੰ ਪਤਾ ਸਟੂਡੈਂਟ, ਸਟੇਟਸ ਮੀਨਸ ਸਾਡੇ ਰਾਜ। ਜਦੋਂ ਰਾਜ ਦਾ ਕੋਈ ਇਸ਼ੂ ਆ ਜਾਂਦਾ ਹੈ, ਜਿਵੇਂ ਸਪੋਜ਼ ਕਰੋ ਮੈਂ ਤੁਹਾਨੂੰ ਐਗਜ਼ਾਮਪਲ ਲੈਣਾ GST। ਸਾਰਿਆਂ ਨੂੰ ਪਤਾ GST ਇਸ ਟਾਈਮ ਕੀ ਹੈ, ਇਨਡਾਇਰੈਕਟ ਟੈਕਸ ਹੈ, ਜੋ ਕਿ ਸਰਕਾਰ ਨੇ ਇੱਕ ਕੰਬਾਈਨਡ ਸਿੰਗਲ ਟੈਕਸ ਸਾਡਾ ਇਨਡਾਇਰੈਕਟ ਟੈਕਸਿਸ ਨੂੰ ਸਬਸਿਊਮ ਕਰਕੇ ਇੱਕ 'ਚ ਕਰਤਾ। ਉਹ GST ਦੇ ਵਿੱਚ ਕੀ ਹੋ ਰਿਹਾ ਸੀ, ਕੁਝ ਸਟੇਟਸ ਦੀਆਂ ਟੈਕਸੇਸ਼ਨ ਪਾਵਰ ਮੀਨਸ ਟੈਕਸ ਲਗਾਉਣ ਦੀਆਂ ਪਾਵਰਸ ਨੂੰ ਵਾਪਸ ਲਿਆ ਜਾ ਰਿਹਾ ਸੀ। ਠੀਕ ਹੈ, ਜਦੋਂ ਹੁਣ ਸਟੇਟਸ ਦੀ ਕੋਈ ਪਾਵਰ ਨੂੰ ਲੈ ਕੇ ਆਣਾ, ਕਿਉਂਕਿ ਟੈਕਸੇਸ਼ਨ ਤੁਹਾਨੂੰ ਪਤਾ ਕਿਹਦੇ ਅੰਡਰ ਆਉਂਦਾ, ਸਟੇਟ ਸਬਜੈਕਟ ਦੇ ਅੰਡਰ ਆਉਂਦਾ, ਜਦੋਂ ਉਹਨੂੰ ਵਾਪਸ ਲੈਣਾ ਹੈ ਤੇ ਉਦੋਂ ਸਾਨੂੰ ਸਟੇਟਸ ਦੀ ਮਨਜ਼ੂਰੀ ਲੈਣੀ ਪਏਗੀ। ਹੁਣ ਸਟੇਟਸ ਦੀ ਮਨਜ਼ੂਰੀ ਲੈਣੀ ਪਏਗੀ ਤੇ ਉਹਦੇ ਵਿੱਚ ਕਿੰਨੀ % ਹੋਣੀ ਚਾਹੀਦੀ ਹੈ, 50% ਰੈਟੀਫਿਕੇਸ਼ਨ ਆਫ ਸਟੇਟਸ। ਜਿੰਨੀ ਵੀ ਸਾਡੀ ਸਟੇਟਸ ਨੇ ਉਹਦਾ 50% ਜੇ ਰੈਟੀਫਾਈ ਕਰ ਦੇਣਗੀਆਂ ਉਹ, ਤੇ ਉਹ ਕੋਈ ਵੀ ਲੈਜਿਸਲੇਸ਼ਨ ਕੀ ਹੋ ਜਾਏਗੀ ਸਾਡੀ ਪਾਸ। ਸੋ ਸਟੂਡੈਂਟਸ, ਇਹ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ ਜਿਹਦੇ ਵਿੱਚ ਅਸੀਂ ਸਪੈਸ਼ਲ ਮੈਜੋਰਿਟੀ ਪੜਾਂਗੇ। 2 ਤਰ੍ਹਾਂ ਦੀ ਸਪੈਸ਼ਲ ਮੈਜੋਰਿਟੀ ਹੁੰਦੀ ਹੈ। ਇੱਕ ਹੁੰਦੀ ਹੈ ਸਪੈਸ਼ਲ ਮੈਜੋਰਿਟੀ ਜਿਹਦੇ ਵਿੱਚ ਸਿਰਫ ਔਰ ਸਿਰਫ 2/3 ਹਿੱਸਾ ਪ੍ਰੈਜ਼ੈਂਟ ਐਂਡ ਵੋਟਿੰਗ ਆਉਂਦੀ ਹੈ। ਇੱਕ ਆਉਂਦੀ ਹੈ 50% ਆਫ ਦਾ ਟੋਟਲ ਮੈਂਬਰਸ਼ਿਪ ਆਫ ਦਾ ਹਾਊਸ। ਦੂਸਰਾ ਆਉਂਦਾ ਹੈ 2/3 ਮੈਂਬਰ ਪ੍ਰੈਜ਼ੈਂਟ ਐਂਡ ਵੋਟਿੰਗ ਪਲੱਸ 50% ਮੈਂਬਰਸ਼ਿਪ ਆਫ ਦਾ ਹਾਊਸ। ਉਸ ਤੋਂ ਇਲਾਵਾ ਸਟੇਟਸ ਦੀ ਕੁਝ ਰੈਟੀਫਿਕੇਸ਼ਨ। ਇਹ ਤਾਂ ਸਟੂਡੈਂਟਸ ਆ ਗਈ ਤੁਹਾਡੀ ਆਰਟੀਕਲ 368 ਦੇ ਵਿੱਚ। ਹੁਣ ਤੁਸੀਂ ਕਹੋਗੇ ਕਿ ਇਹਦੇ ਨਾਲ ਅਸੀਂ 8ਵੇਂ ਫੀਚਰ ਨੂੰ ਕਿਉਂ ਕੰਬਾਈਨ ਕਰੀਏ। ਇਹਦੇ 'ਚ ਤੁਹਾਨੂੰ ਕੀ ਪਤਾ ਲੱਗਦਾ ਹੈ ਕਿ ਕੌਨਸਟੀਟਿਊਸ਼ਨ ਦਾ ਕੁਝ ਵੀ ਅਸੀਂ ਚੇਂਜ ਕਰਨਾ ਚਾਹੁੰਦੇ ਹਾਂ ਲਾਅ, ਤਾਂ ਉਹ ਇੰਨਾ ਸੌਖਾ ਨਹੀਂ ਹੈ। ਪਹਿਲੀ ਗੱਲ, ਕਈ ਵਾਰੀ ਜਦੋਂ ਕੋਈ ਲਾਅ ਨੂੰ ਚੇਂਜ ਕਰਨਾ ਹੈ ਤੇ ਸਾਨੂੰ ਇੰਨੀ ਸਾਰੀ ਕੰਡੀਸ਼ਨਸ ਨੂੰ ਸੈਟੀਸਫਾਈ ਕਰਨਾ ਪਏਗਾ, ਤੇ ਤੋਂ ਕੀ ਪਤਾ ਲੱਗਦਾ ਹੈ ਸਖਤ ਹੈ, ਤੇ ਕੀ ਹੋ ਗਿਆ ਰਿਜਿਡ ਹੋ ਗਿਆ। ਹੁਣ ਲੇਕਿਨ ਕਈ ਲਾਜ਼ ਹੁੰਦੇ ਆ ਜਿਨ੍ਹਾਂ ਕੇਸ 'ਚ ਕੀ ਲੱਗਦੀ ਹੈ ਆਰਡੀਨਰੀ ਲੈਜਿਸਲੇਸ਼ਨ। ਆਰਡੀਨਰੀ ਲੈਜਿਸਲੇਸ਼ਨ ਮੀਨਸ ਕੋਈ ਆਰਡੀਨਰੀ ਲਾਅ ਨੂੰ ਚੇਂਜ ਕਰਨਾ ਹੈ, ਕੋਈ ਸਿੰਪਲ ਲਾਅ ਹੈ, ਠੀਕ ਹੈ, ਉਹਨੂੰ ਚੇਂਜ ਕਰਨਾ ਜਿਹਦੇ 'ਚ ਕੌਨਸਟੀਟਿਊਸ਼ਨ ਨੂੰ ਅਮੈਂਡਮੈਂਟ ਕਰਨ ਦੀ ਲੋੜ ਨਹੀਂ ਪੈ ਰਹੀ, ਠੀਕ ਹੈ, ਤੇ ਉਹ ਆਰਟੀਕਲ ਕਿਹਦੇ ਅੰਡਰ ਨਹੀਂ ਆਊਗਾ, 368 ਦੇ ਅੰਡਰ ਨਹੀਂ ਆਊਗਾ। ਉਸ ਆਰਡੀਨਰੀ ਲੈਜਿਸਲੇਸ਼ਨ ਨੂੰ ਚੇਂਜ ਕਰਨ ਵਾਸਤੇ ਸਿਰਫ ਸਿੰਪਲ 50% ਜਿਹੜੀ ਹੈਗੀ ਹੈ ਪ੍ਰੈਜ਼ੀਡੈਂਟ ਵੋਟਿੰਗ, ਜਿੰਨੇ ਵੀ ਮੈਂਬਰਸ ਆਉਂਦੇ ਆ ਤੇ ਉਹਨਾਂ ਦੀ ਇੱਕ ਮੈਜੋਰਿਟੀ ਲੱਗਦੀ ਹੈ, ਸਿੰਪਲ ਮੈਜੋਰਿਟੀ ਕਹਿੰਦੇ ਇਹਨੂੰ, ਤੇ ਸਾਡਾ ਲਾਅ ਚੇਂਜ ਹੋ ਜਾਂਦਾ ਹੈ। ਇਹਨੂੰ ਕੀ ਕਹਿੰਦੇ ਅਸੀਂ, ਸਿੰਪਲ ਮੈਜੋਰਿਟੀ। ਸੋ ਅਮੈਂਡਮੈਂਟ ਪ੍ਰੋਸੀਜਰ ਸਾਡਾ 2 ਤਰ੍ਹਾਂ ਦਾ, ਰਿਜਿਡ ਵੀ ਹੈ ਤੇ ਫਲੈਕਸੀਬਲ ਵੀ ਹੈ, ਸਖਤ ਵੀ ਹੈ ਤੇ ਚੇਂਜ ਵੀ ਹੋ ਸਕਦਾ। ਸੋ ਅਸੀਂ ਸਟੂਡੈਂਟਸ ਨੈਕਸਟ ਫੀਚਰ ਨੂੰ ਅਸੀਂ ਸ਼ਾਇਦ ਇੱਕ ਵਾਰੀ ਹੋਰ ਡਿਟੇਲ 'ਚ ਪੜ੍ਹਾਂਗੇ, ਕਿਉਂਕਿ ਸਟੂਡੈਂਟਸ ਨੂੰ ਇਹ ਹਮੇਸ਼ਾ ਟੌਪਿਕ ਕਰਨ 'ਚ ਡਿਫਿਕਲਟੀ ਆਉਂਦੀ ਹੈ। ਅਸੀਂ ਨੈਕਸਟ ਕਲਾਸ ਦੇ ਵਿੱਚ ਇਸ ਟੌਪਿਕ ਨੂੰ ਫੇਰ ਤੋਂ ਸਮਝਾਵਾਂਗੇ। ਕੋਈ ਵੀ ਡਾਊਟ ਹੋਏਗਾ ਅਸੀਂ ਦੱਸਾਂਗੇ ਤੁਹਾਨੂੰ, ਬਟ ਤੁਹਾਡੇ ਅੱਜ ਫੀਚਰਸ ਆਫ ਦਾ ਕਨਸਟੀਟਿਊਸ਼ਨ ਖਤਮ ਹੋ ਜਾਂਦੇ ਨੇ। ਹੋਪ ਸੋ ਤੁਹਾਨੂੰ ਅੱਜ ਦਾ ਲੈਕਚਰ ਪਸੰਦ ਆਇਆ। ਜੇ ਪਸੰਦ ਆਇਆ ਪਲੀਜ਼ ਸਾਡੇ ਲਾਈਕ ਕਰੋ, ਸ਼ੇਅਰ ਕਰੋ ਤੇ ਕਮੈਂਟ ਕਰੋ, ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਬੈਲ ਆਈਕਨ ਦਬਾ ਦਿਓ। ਅਸੀਂ ਤੁਹਾਨੂੰ ਫੇਰ ਇੱਕ ਨਵਾਂ ਲੈਕਚਰ ਲੈ ਕੇ ਆਵਾਂਗੇ ਕੱਲ। ਦਿਸ ਇਜ਼ ਸੰਕਲਪ ਗੁਪਤਾ। ਹੈਵ ਅ ਨਾਈਸ ਡੇ। ਜੈ ਹਿੰਦ।